ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਮੇਨ ਕੋਰਸ ਬੁੱਕ ਦਾ ਲੈਸਨ ਨੰਬਰ 6 3 ਗ੍ਰੇਟ ਇੰਡੀਅਨਸ, 3 ਮਹਾਨ ਭਾਰਤੀ। ਸੋ ਜਿੱਦਾਂ ਸਾਡੇ ਪੰਜਾਬ ਵਿੱਚ ਵੀ ਇੱਕ ਕਹਾਵਤ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਕਿ ਵੱਡਿਆਂ ਦੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਸੁਣ ਕੇ ਅਸੀਂ ਚੰਗੇ ਇਨਸਾਨ ਬਣ ਜਾਂਦੇ ਹਾਂ, ਜਿਹੜੇ ਪੁੱਤ ਹੁੰਦੇ ਹਨ ਉਹ ਸਪੁੱਤ ਬਣ ਜਾਂਦੇ ਹਨ। ਸੋ ਆਓ ਆਪਾਂ ਦੇਖਦੇ ਹਾਂ 3 ਇਹੋ ਜਿਹੇ ਕਿਹੜੇ ਗ੍ਰੇਟ ਇੰਡੀਅਨ ਸਨ ਜਿਨ੍ਹਾਂ ਦੀ ਲਾਈਫ ਤੋਂ ਅਸੀਂ ਸੇਧ ਲੈ ਸਕਦੇ ਹਾਂ। ਆਓ ਉਹਨਾਂ ਦੇ ਕੰਮਾਂ ਬਾਰੇ ਜਾਣੀਏ। ਫਸਟ, ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਲੈਟਸ ਸਟਾਰਟ। The historic period of 19th and 20th centuries witnessed the rise of many a great man in India who not only started a campaign against the social evils prevailing in the country but also raised a banner of revolt against the British Empire। ਕਿ 19ਵੀਂ ਤੇ 20ਵੀਂ ਸਦੀ ਦਾ ਇਤਿਹਾਸਿਕ ਸਮਾਂ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਸ ਵੇਲੇ ਇੰਡੀਆ ਦੇ ਵਿੱਚ ਕਈ ਇੱਕ ਮਹਾਨ ਵਿਅਕਤੀਆਂ ਦਾ ਉਦੈ ਹੋਇਆ, ਯਾਨੀ ਉਹ ਸਾਹਮਣੇ ਆਏ ਜਿਨ੍ਹਾਂ ਨੇ ਨਾ ਸਿਰਫ ਸਮਾਜ ਵਿੱਚ ਪ੍ਰਚਲਿਤ, ਪ੍ਰੀਵੇਲਿੰਗ ਕੀ ਹੁੰਦਾ, ਪ੍ਰਚਲਿਤ, ਸਮਾਜ ਵਿੱਚ ਪ੍ਰਚਲਿਤ ਸਮਾਜਿਕ ਬੁਰਾਈਆਂ ਦੇ ਵਿਰੋਧ ਲਈ ਮੁਹਿੰਮ ਸ਼ੁਰੂ ਕੀਤੀ, ਕੈਂਪੇਨ ਹੁੰਦਾ ਮੁਹਿੰਮ, ਤੇ ਨਾਲ ਹੀ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਵਿਦਰੋਹ ਦਾ ਝੰਡਾ ਵੀ ਚੱਕਿਆ। ਫਰੀडम ਇਜ਼ ਆਵਰ ਬਰਥ ਰਾਈਟ ਡਿਕਲੇਅਰਡ ਬਾਲ ਗੰਗਾਧਰ ਤਿਲਕ। ਬਾਲ ਗੰਗਾਧਰ ਤਿਲਕ ਨੇ ਘੋਸ਼ਣਾ ਕਰ ਦਿੱਤੀ ਕਿ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ। ਵੈਲੀਐਂਟ ਫਾਈਟਰਸ ਫਰਮ ਆਲ ਓਵਰ ਦਾ ਕੰਟਰੀ, ਦੇਸ਼ ਦੇ ਕੋਨੇ-ਕੋਨੇ ਤੋਂ ਬਹਾਦਰ ਆਜ਼ਾਦੀ ਦੇ ਸੰਗਰਾਮੀ ਤਾਂਤਿਆ ਟੋਪੇ, ਰਾਣੀ ਲక్ష్ਮੀ ਬਾਈ, ਦਾਦਾ ਭਾਈ ਨਹਿਰੂ ਜੀ, ਖੁਦੀਰਾਮ ਬੋਸ, ਸ੍ਰੀ ਅਰਬਿੰਦੋ, ਲਾਲਾ ਲਾਜਪਤ ਰਾਏ, ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਭਗਤ ਸਿੰਘ, to name just a few, came to join the national struggle for freedom and the eradication of social ills। ਇਹ ਸਾਰੇ ਨਾਮ ਜੋ ਕਿ ਆਜ਼ਾਦੀ ਦੇ ਸੰਗਰਾਮੀਆਂ ਦੇ ਨਾਮ ਹਨ, ਇਹ ਸਾਰੇ ਅੱਗੇ ਆਏ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਤੇ ਸਮਾਜਿਕ ਕੁਰੀਤੀਆਂ ਨੂੰ ਜੜੋਂ ਪੁੱਟਣ ਲਈ। eradicate ਹੁੰਦਾ ਖਤਮ ਕਰਨਾ। An important name amongst them was that of Satguru Ram Singh of Punjab, who gave birth to the great Kuka movement that stood for social reforms and complete independence much before these national leaders। ਇਹਨਾਂ ਸਾਰਿਆਂ ਵਿੱਚ ਇੱਕ ਮਹੱਤਵਪੂਰਨ ਨਾਮ ਸਤਿਗੁਰੂ ਰਾਮ ਸਿੰਘ ਜੀ ਦਾ ਹੈ, ਜੋ ਕਿ ਪੰਜਾਬ ਤੋਂ ਸਨ ਤੇ ਜਿਨ੍ਹਾਂ ਨੇ ਮਹਾਨ ਕੂਕਾ ਅੰਦੋਲਨ ਨੂੰ ਜਨਮ ਦਿੱਤਾ, ਜਿਸ ਅੰਦੋਲਨ ਨੇ ਕਈ ਤਰ੍ਹਾਂ ਦੇ ਸਮਾਜਿਕ ਸੁਧਾਰ ਕੀਤੇ ਅਤੇ ਇਸੇ ਅੰਦੋਲਨ ਨੇ ਹੀ ਕੰਪਲੀਟ ਇੰਡੀਪੈਂਡੈਂਸ ਦੀ ਮੰਗ ਕੀਤੀ। ਇਹਨਾਂ ਸਾਰੇ ਰਾਸ਼ਟਰੀ ਲੀਡਰਸ ਤੋਂ ਪਹਿਲਾਂ, ਭਾਵ ਸਭ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਸਮਾਜਿਕ ਸੁਧਾਰ ਅਤੇ ਦੇਸ਼ ਦੀ ਆਜ਼ਾਦੀ ਦੀ ਮੰਗ ਕੀਤੀ। Born on February 3rd, 1816 in the village ਰਈਆਂ in district ਲੁਧਿਆਣਾ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਈਆਂ ਵਿਖੇ 3 ਫਰਵਰੀ 1816 ਈਸਵੀ ਵਿੱਚ ਜਨਮੇ। This child shot into prominence when Guru Balak Singh ji declared him a guru, a religious guide। ਕਿ ਇਸ ਬੱਚੇ ਨੂੰ ਸ਼ੋਹਰਤ ਉਦੋਂ ਮਿਲੀ, ਪ੍ਰੋਮਿਨੈਂਸ ਹੁੰਦਾ ਸ਼ੋਹਰਤ, ਇਸ ਬੱਚੇ ਨੂੰ ਸ਼ੋਹਰਤ ਉਦੋਂ ਮਿਲੀ ਜਦੋਂ ਗੁਰੂ ਬਾਲਕ ਸਿੰਘ ਜੀ ਨੇ ਉਹਨਾਂ ਨੂੰ ਗੁਰੂ ਡਿਕਲੇਅਰ ਕਰ ਦਿੱਤਾ, ਭਾਵ ਧਾਰਮਿਕ ਗੁਰੂ। From his headquarters at Shri Paini Sahib in Ludhiana, the Guru started preaching his divine message। ਗੁਰੂ ਰਾਮ ਸਿੰਘ ਜੀ ਨੇ ਲੁਧਿਆਣਾ ਵਿਖੇ ਮੌਜੂਦ ਸ਼੍ਰੀ ਭੈਣੀ ਸਾਹਿਬ, ਜੋ ਕਿ ਇਹਨਾਂ ਦਾ ਹੈੱਡਕੁਆਰਟਰ ਸੀ, ਉਸ ਜਗ੍ਹਾ ਤੋਂ ਆਪਣੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕੀਤੀਆਂ। His first sermon was delivered on the Baisakhi Day in 1857। ਸਰਮਨ ਹੁੰਦਾ ਧਾਰਮਿਕ ਉਪਦੇਸ਼। ਉਹਨਾਂ ਦਾ ਪਹਿਲਾ ਧਾਰਮਿਕ ਉਪਦੇਸ਼ 1857 ਈਸਵੀ ਦੀ ਵਿਸਾਖੀ ਵਾਲੇ ਦਿਨ ਡਿਲੀਵਰ ਕੀਤਾ ਗਿਆ, ਉਹਨਾਂ ਦੁਆਰਾ ਦਿੱਤਾ ਗਿਆ। In his teachings he exhorted the people to believe in one God। ਉਹਨਾਂ ਨੇ ਆਪਣੀਆਂ ਸਿੱਖਿਆਵਾਂ ਵਿੱਚ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇੱਕ ਰੱਬ ਨੂੰ ਮੰਨਣ, lead a simple honest life, ਕਿ ਉਹ ਸਧਾਰਨ ਅਤੇ ਇਮਾਨਦਾਰੀ ਵਾਲੀ ਜ਼ਿੰਦਗੀ ਬਤੀਤ ਕਰਨ, free from any kind of evil, ਜੋ ਕਿ ਕਿਸੇ ਵੀ ਤਰ੍ਹਾਂ ਦੀ ਬੁਰਾਈ ਤੋਂ ਫ੍ਰੀ ਹੋਵੇ, ਬਗੈਰ ਹੋਵੇ, to help the poor and the needy and to work for the freedom of the country, ਕਿ ਉਹ
ਉਹ ਗਰੀਬਾਂ ਅਤੇ ਲੋੜਵੰਦਾਂ ਦੀ ਹੈਲਪ ਕਰਨ ਅਤੇ ਦੇਸ਼ ਦੀ ਆਜ਼ਾਦੀ ਲਈ ਵੀ ਕੰਮ ਕਰਨ। Thousands became his followers, ਹਜ਼ਾਰਾਂ ਹੀ ਉਹਨਾਂ ਦੇ ਅਨੁਯਾਈ ਬਣ ਗਏ, ਚੇਲੇ ਬਣ ਗਏ, and flocked to his discourses every day, ਤੇ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਣ ਲਈ ਉਮੜ ਆਏ। ਯਾਨੀ ਇੱਕ ਹਜੂਮ ਜਿਹੜਾ ਸੀ, ਭਾਵ ਇੱਕ ਬਹੁਤ ਵੱਡਾ ਗਰੁੱਪ ਲੋਕਾਂ ਦਾ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਣ ਲਈ ਤਿਆਰ ਹੋ ਗਿਆ। He strongly opposed child marriage, female feticide, taking of alcoholic drinks and non-vegetarian foods, dowry system, religious fanaticism, cow slaughter and casteism। ਉਹਨਾਂ ਨੇ ਬੜੀ ਕਠੋਰਤਾ ਦੇ ਨਾਲ ਬਾਲ ਵਿਆਹ ਦਾ, ਭਰੂਣ ਹੱਤਿਆ ਦਾ, ਨਸ਼ੀਲੇ ਪਦਾਰਥਾਂ ਦਾ, ਮਾਸਾਹਾਰੀ ਖਾਣੇ ਦਾ, ਦਾਜ ਪ੍ਰਥਾ ਦਾ, ਧਾਰਮਿਕ ਅੰਧ ਵਿਸ਼ਵਾਸ ਦਾ, ਗਊ ਹੱਤਿਆ ਦਾ ਅਤੇ ਜਾਤ ਪਾਤ ਦਾ ਵਿਰੋਧ ਕੀਤਾ। He encouraged people to live like brothers। ਉਹਨਾਂ ਨੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਭਰਾਵਾਂ ਵਾਂਗ ਰਹਿਣ and fight for the freedom of their country from the British rule, ਅਤੇ ਅੰਗਰੇਜ਼ੀ ਸ਼ਾਸਨ ਦੇ ਨਾਲ ਆਪਣੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਲੜਾਈ ਕਰਨ। Against the British policy of divide and rule, he gave the slogan of unite and fight to the people of India। ਅੰਗਰੇਜ਼ੀ ਸਰਕਾਰ ਦੀ ਨੀਤੀ ਵੰਡੋ ਅਤੇ ਰਾਜ ਕਰੋ ਦੇ ਵਿਰੋਧ ਵਿੱਚ ਉਹਨਾਂ ਨੇ ਇਕੱਠੇ ਹੋ ਜਾਓ ਅਤੇ ਲੜਾਈ ਕਰੋ ਦਾ ਨਾਰਾ ਇੰਡੀਆ ਦੇ ਲੋਕਾਂ ਨੂੰ ਦਿੱਤਾ। He started a movement of non-cooperation against the British rulers and called upon the people to boycott the British। ਉਹਨਾਂ ਨੇ ਅੰਗਰੇਜ਼ੀ ਸ਼ਾਸਕਾਂ ਦੇ ਵਿਰੁੱਧ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਅੰਗਰੇਜ਼ਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। It was he who introduced the concept of be Indian, buy Indian in the country। ਇਹੀ ਸਨ ਜਿਨ੍ਹਾਂ ਨੇ ਦੇਸ਼ ਵਿੱਚ ਨਾਰਾ ਦਿੱਤਾ ਸੀ ਕਿ ਇੰਡੀਅਨ ਰਹੋ ਅਤੇ ਇੰਡੀਅਨ ਹੀ ਖਰੀਦੋ। The British rulers came down heavily on his roaring followers। ਅੰਗਰੇਜ਼ੀ ਸ਼ਾਸਕ ਸਤਿਗੁਰੂ ਰਾਮ ਸਿੰਘ ਜੀ ਦੇ ਗਰਜਦੇ ਹੋਏ ਚੇਲਿਆਂ ਨੂੰ ਸੁਣ ਕੇ ਕਾਫੀ ਡਰ ਗਏ। The ਪੰਜਾਬੀ word ਕੂਕਾ stands for a roar। ਪੰਜਾਬੀ ਸ਼ਬਦ ਕੂਕਾ ਜਿਸ ਦਾ ਮਤਲਬ ਹੁੰਦਾ ਹੈ ਗਰਜਣਾ। ਸ੍ਰੀ ਸਤਿਗੁਰੂ ਰਾਮ ਸਿੰਘ's followers who raised a loud voice against the British came to be popularly known as ਕੂਕਾਸ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਚੇਲੇ ਜਿਨ੍ਹਾਂ ਨੇ ਇੱਕ ਉੱਚੀ ਆਵਾਜ਼ ਦੇ ਵਿੱਚ ਬ੍ਰਿਟਿਸ਼ ਰਾਜ ਦੇ ਖਿਲਾਫ ਅੰਦੋਲਨ ਛੇੜਿਆ ਸੀ, ਉਹਨਾਂ ਨੂੰ ਪੰਜਾਬ ਵਿੱਚ ਕੂਕੇ ਕਿਹਾ ਜਾਣ ਲੱਗ ਪਿਆ। The followers of this movement were named ਨਾਮਧਾਰੀਜ਼। ਇਸ ਅੰਦੋਲਨ ਦੇ ਅਨੁਯਾਈਆਂ ਨੂੰ ਨਾਮਧਾਰੀ ਕਿਹਾ ਜਾਣ ਲੱਗ ਪਿਆ। The ਨਾਮਧਾਰੀ Sikhs soon became a brave force to be reckoned with। ਨਾਮਧਾਰੀ ਸਿੱਖਾਂ ਦੀ ਗਿਣਤੀ ਬਹਾਦਰ ਫੌਜ ਵਜੋਂ ਕੀਤੀ ਜਾਣ ਲੱਗ ਪਈ। The British rulers could not tolerate the rise of such an inspired patriotic force against them। ਅੰਗਰੇਜ਼ੀ ਸ਼ਾਸਕ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਸਨ ਕਿ ਉਹਨਾਂ ਦੇ ਖਿਲਾਫ ਕੋਈ ਇਹੋ ਜਿਹੀ ਪ੍ਰੇਰਿਤ ਦੇਸ਼ ਭਗਤੀ ਵਾਲੀ ਲੜਾਈ ਸ਼ੁਰੂ ਹੋਵੇ। ਤੇ let lose a reign of terror against the Kukas। ਅੰਗਰੇਜ਼ਾਂ ਨੇ ਕੂਕਿਆਂ ਦੇ ਖਿਲਾਫ ਆਤੰਕ ਦਾ ਸ਼ਾਸਨ ਸ਼ੁਰੂ ਕਰ ਦਿੱਤਾ। 9 ਨਾਮਧਾਰੀ Sikhs were sent to the gallows in 1871। 9 ਨਾਮਧਾਰੀ ਸਿੱਖਾਂ ਨੂੰ 1871 ਵਿੱਚ ਫਾਂਸੀ ਦੇ ਦਿੱਤੀ ਗਈ। ਗੈਲੋਜ਼ ਹੁੰਦਾ ਫਾਂਸੀ ਦੇਣੀ। while another 65 were blown up by cannon fire in an open field in 1872 at ਮਲੇਰਕੋਟਲਾ ਪੰਜਾਬ। ਜਦੋਂ ਕਿ 1872 ਵਿੱਚ 65 ਦੂਜੇ ਨਾਮਧਾਰੀਆਂ ਨੂੰ ਤੋਪ ਦੇ ਗੋਲੇ ਦੇ ਨਾਲ ਉਡਾ ਦਿੱਤਾ ਗਿਆ। Amongst these martyrs was a 12-year-old boy named ਬਿਸ਼ਨ ਸਿੰਘ। ਇਹਨਾਂ ਸ਼ਹੀਦਾਂ ਵਿੱਚ ਇੱਕ 12 ਸਾਲ ਦਾ ਬਿਸ਼ਨ ਸਿੰਘ ਨਾਮ ਦਾ ਲੜਕਾ ਸੀ। He was offered pardon on the condition that he should deny his allegiance to the Kuka cause। ਉਸ ਨੂੰ ਅੰਗਰੇਜ਼ਾਂ ਨੇ ਇੱਕ ਆਫਰ ਦਿੱਤੀ ਕਿ ਉਸ ਨੂੰ ਇਸ ਸ਼ਰਤ ਤੇ ਛੱਡ ਦਿੱਤਾ ਜਾਏਗਾ ਕਿ ਜੇ ਉਹ ਇਹ ਕਬੂਲ ਕਰ ਲਵੇ ਕਿ ਉਸ ਦਾ ਕੂਕਾ ਅੰਦੋਲਨ ਦੇ ਨਾਲ ਕੋਈ ਰਾਬਤਾ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ। He angrily pounced upon the British officer। ਉਹ ਬਹੁਤ ਗੁੱਸੇ ਦੇ ਨਾਲ ਉਸ ਬ੍ਰਿਟਿਸ਼ ਆਫੀਸਰ ਤੇ ਝਪਟਿਆ। ਮਿਸਟਰ ਕਾਉਨ, ਡਿਪਟੀ ਕਮਿਸ਼ਨਰ ਲੁਧਿਆਣਾ, ਜਿਨ੍ਹਾਂ ਦਾ ਨਾਮ ਸੀ ਮਿਸਟਰ ਕਾਉਨ, ਡਿਪਟੀ ਕਮਿਸ਼ਨਰ ਲੁਧਿਆਣਾ, and pulled at his beard, ਅਤੇ ਉਸਨੇ ਉਸਦੀ ਦਾੜੀ ਖਿੱਚ ਲਈ। The enraged officer got both his hands severed।
ਗੁੱਸੇ ਵਿੱਚ ਆਏ ਅਫਸਰ ਨੇ ਉਸ ਦੇ ਦੋਨੋਂ ਹੱਥ ਤੋੜ ਦਿੱਤੇ ਐਂਡ ਦੈਨ beheaded him ਅਤੇ ਫਿਰ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। The lovers of liberty refused to be cowed down by this repression। ਆਜ਼ਾਦੀ ਦੇ ਪ੍ਰੇਮੀਆਂ ਨੇ ਇਸ ਦਮਨ ਦੇ ਖਿਲਾਫ ਝੁਕਣ ਤੋਂ ਇਨਕਾਰ ਕਰ ਦਿੱਤਾ but continued to fight with greater enthusiasm। ਪਰ ਉਹਨਾਂ ਨੇ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਆਪਣੀ ਲੜਾਈ ਜਾਰੀ ਰੱਖੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ was arrested and exiled। exiled ਹੁੰਦਾ ਦੇਸ਼ ਨਿਕਾਲਾ ਦੇ ਦੇਣਾ, exiled to Burma an unknown foreign land। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ, ਉਹਨਾਂ ਨੂੰ ਬਰਮਾ ਭੇਜ ਦਿੱਤਾ ਗਿਆ ਜੋ ਕਿ ਇੱਕ ਅਣਪਛਾਤੀ ਵਿਦੇਸ਼ੀ ਧਰਤੀ ਸੀ। his spirit continues to guide his followers even today। ਉਹਨਾਂ ਦੀ ਆਤਮਾ ਉਹਨਾਂ ਦੇ ਅਨੁਯਾਈਆਂ ਨੂੰ ਅੱਜ ਵੀ ਗਾਈਡ ਕਰਦੀ ਹੈ, ਦਿਸ਼ਾ ਨਿਰਦੇਸ਼ ਦਿੰਦੀ ਹੈ। The followers of Sri Satguru Ram Singh Ji continue to flourish today under the able stewardship of their holy gurus। Presently, Satguru Sri Jagjit Singh Ji Maharaj and spread the message of universal brotherhood, national unity, secularism, simple living and high thinking। ਉਹਨਾਂ ਦੇ ਪਹਿਲਾਂ ਜਿਹੜੇ ਔਖੇ ਵਰਡਸ ਆ ਉਹ ਆਪਾਂ ਸਮਝ ਲਈਏ। ਸੈਕੂਲਰਿਜ਼ਮ ਹੁੰਦਾ ਧਰਮ ਨਿਰਪੱਖਤਾ, ਭਾਵ ਉਹ ਥਿਊਰੀ ਜਿਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਧਰਮ ਬਰਾਬਰ ਹਨ ਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਨੈਸ਼ਨਲ ਯੂਨਿਟੀ ਰਾਸ਼ਟਰੀ ਏਕਤਾ, ਬ੍ਰਦਰਹੁੱਡ ਭਰਾਤਰੀ ਭਾਵ, ਯੂਨੀਵਰਸਲ ਬ੍ਰਦਰਹੁੱਡ ਇਸ ਬ੍ਰਹਿਮੰਡ ਦੇ ਸਾਰੇ ਲੋਕਾਂ ਦਾ ਆਪਸੀ ਭਰਾਤਰੀ ਭਾਵ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਚੇਲੇ ਅੱਜ ਵੀ ਉਹਨਾਂ ਦੇ ਪਵਿੱਤਰ ਗੁਰੂਆਂ ਦੀ ਅਗਵਾਈ ਵਿੱਚ ਵੱਧ ਫੁੱਲ ਰਹੇ ਹਨ, ਜਿਨ੍ਹਾਂ ਦੀ ਅਗਵਾਈ ਹੁਣ ਪ੍ਰੈਜ਼ੈਂਟਲੀ ਸਤਿਗੁਰੂ ਸ੍ਰੀ ਜਗਜੀਤ ਸਿੰਘ ਜੀ ਮਹਾਰਾਜ ਕਰ ਰਹੇ ਹਨ। ਪਰ ਲੇਟੈਸਟ ਇਹ ਹੈ ਕਿ ਉਹਨਾਂ ਦਾ ਵੀ ਦੇਹਾਂਤ ਹੋ ਗਿਆ। ਹੁਣ ਇਹਨਾਂ ਦੇ ਜੋ ਗੁਰੂ ਹਨ ਉਹ ਸਤਿਗੁਰੂ ਸ੍ਰੀ ਉਦੈ ਸਿੰਘ ਜੀ ਮਹਾਰਾਜ, ਉਹ ਇਹਨਾਂ ਦੀ ਅਗਵਾਈ ਕਰ ਰਹੇ ਹਨ। ਐਂਡ ਸਪਰੈਡ ਦਾ ਮੈਸੇਜ ਆਫ ਯੂਨੀਵਰਸਲ ਬ੍ਰਦਰਹੁੱਡ, ਨੈਸ਼ਨਲ ਯੂਨਿਟੀ ਅਤੇ ਸੰਸਾਰਿਕ ਭਰਾਤਰੀ ਭਾਵ, ਰਾਸ਼ਟਰੀ ਏਕਤਾ, ਧਰਮ ਨਿਰਪੱਖਤਾ, ਸਾਦਾ ਜੀਵਨ ਅਤੇ ਉੱਚੀ ਸੋਚ ਦਾ ਮੈਸੇਜ ਲੋਕਾਂ ਨੂੰ ਦੇ ਰਹੇ ਹਨ। ਸੈਕਿੰਡ, ਰਾਣੀ ਲక్ష్ਮੀ ਬਾਈ 1834 to 1858। ਰਾਣੀ ਲక్ష్ਮੀ ਬਾਈ ਜਿਨ੍ਹਾਂ ਦਾ ਜਨਮ 1834 ਈਸਵੀ ਵਿੱਚ ਹੋਇਆ ਤੇ ਜਿਨ੍ਹਾਂ ਦਾ ਦੇਹਾਂਤ 1858 ਈਸਵੀ ਵਿੱਚ ਹੋਇਆ, ਭਾਵ ਉਹਨਾਂ ਦਾ ਦੇਹਾਂਤ 24 ਸਾਲ ਦੀ ਉਮਰ ਵਿੱਚ ਹੀ ਹੋ ਗਿਆ। No other woman warrior in the history of India has made such a powerful impact on the minds of the Indian people as the Rani of Jhansi Lakshmi Bai। ਕਿ ਇੰਡੀਆ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਔਰਤ ਨੇ ਇੰਨਾ ਪ੍ਰਭਾਵ ਲੋਕਾਂ ਦੇ ਮਨਾਂ ਤੇ ਨਹੀਂ ਪਾਇਆ ਜਿੰਨਾ ਰਾਣੀ ਲక్ష్ਮੀ ਬਾਈ ਜੋ ਕਿ ਝਾਂਸੀ ਦੀ ਰਾਣੀ ਸੀ ਉਸਨੇ ਪਾਇਆ। Her heroic battle against the British has become the subject of many folk songs and ballads all over the country। ਉਸ ਦੀਆਂ ਅੰਗਰੇਜ਼ਾਂ ਦੇ ਖਿਲਾਫ ਵੀਰਤਾ ਪੂਰਵਕ ਲੜਾਈਆਂ ਇਸ ਦੇਸ਼ ਦੇ ਕਈ ਲੋਕ ਗੀਤਾਂ ਅਤੇ ਵੀਰ ਗਾਥਾਵਾਂ ਦਾ ਵਿਸ਼ਾ ਬਣ ਗਈ। ਬੈਲਡਸ ਹੁੰਦੇ ਵੀਰ ਗਾਥਾ। ਹਰ ਇਨਡੋਮਿਟੇਬਲ ਸਪਿਰਿਟ, ਡੋਮਿਟੇਬਲ ਹੁੰਦਾ ਜਿਸ ਨੂੰ ਜਿੱਤਿਆ ਜਾ ਸਕੇ, ਇਨਡੋਮਿਟੇਬਲ ਜਿਸ ਨੂੰ ਜਿੱਤਿਆ ਨਾ ਜਾ ਸਕੇ, ਅਜਿੱਤ ਕਿ ਉਸ ਦੀ ਅਜਿੱਤ ਆਤਮਾ ਐਜ਼ ਅ ਫਾਈਟਰ ਫॉर द ਇੰਡੀਪੈਂਡੈਂਸ ਆਫ ਕੰਟਰੀ ਵਾਸ ਐਪਰੀਸ਼ੀਏਟਡ ਈਵਨ ਬਾਈ ਹਰ ਐਨਮੀਜ਼। ਕਿ ਦੇਸ਼ ਦੀ ਆਜ਼ਾਦੀ ਦੇ ਲਈ ਇੱਕ ਫਾਈਟਰ ਦੇ ਰੂਪ ਵਿੱਚ ਉਸ ਦੀ ਅਜਿੱਤ ਆਤਮਾ ਦੀ ਪ੍ਰਸ਼ੰਸਾ ਉਸ ਦੇ ਦੁਸ਼ਮਣ ਵੀ ਕਰਦੇ ਹਨ। ਰਾਣੀ ਲక్ష్ਮੀ ਬਾਈ ਡਾਈਡ ਫਾਈਟਿੰਗ ਬ੍ਰੇਵਲੀ ਫॉर द ਸੇਕ ਆਫ ਹਰ ਕੰਟਰੀ। ਰਾਣੀ ਲక్ష్ਮੀ ਬਾਈ ਦੀ ਮੌਤ ਆਪਣੇ ਦੇਸ਼ ਲਈ ਬਹਾਦਰੀ ਨਾਲ ਲੜਦੇ ਹੋਏ ਹੋਈ। ਦ ਰਾਣੀ ਆਫ ਝਾਂਸੀ ਬਿਕੇਮ ਦ ਮੋਸਟ ਪਪੂਲਰ ਲੀਡਰ ਆਫ ਦ ਫਰਸਟ ਵਾਰ ਆਫ ਇੰਡੀਪੈਂਡੈਂਸ 1857। 1857 ਈਸਵੀ ਵਿੱਚ ਹੋਈ ਪਹਿਲੀ ਆਜ਼ਾਦੀ ਦੀ ਲੜਾਈ ਵਿੱਚ ਝਾਂਸੀ ਦੀ ਰਾਣੀ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਲੀਡਰ ਬਣੀ। ਲక్ష్ਮੀ ਬਾਈ was born on 16th November 1834 in Varanasi, UP। ਲక్ష్ਮੀ ਬਾਈ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿੱਚ 16 ਨਵੰਬਰ 1834 ਈਸਵੀ ਨੂੰ ਜਨਮੀ। ਹਰ ਚਾਈਲਡਹੁੱਡ ਨੇਮ ਵਾਸ ਮਨੀਕਾਰਨਿਕਾ ਔਰ ਮਨੂ। ਉਸ ਦੇ ਬਚਪਨ ਦਾ ਨਾਮ ਮਨੀਕਾਰਨਿਕਾ ਜਾਂ ਮਨੂ ਸੀ। ਆਫਟਰ ਦ ਡੈਥ ਆਫ ਹਰ ਮਦਰ ਸ਼ੀ ਕੇਮ ਟੂ ਬਿਥੁਰ ਵਿਦ ਹਰ ਫਾਦਰ। ਆਪਣੇ ਮਾਤਾ ਜੀ ਦੀ ਡੈਥ ਤੋਂ ਬਾਅਦ ਉਹ ਆਪਣੇ ਪਿਤਾ ਜੀ ਨਾਲ ਬਿਠੁਰ ਰਹਿਣ ਲਈ ਆ ਗਈ। ਇਨ ਬਿਠੁਰ ਸ਼ੀ ਲਰਨਡ ਹਾਰਸ ਰਾਈਡਿੰਗ ਐਂਡ ਮਾਰਸ਼ਲ ਆਰਟਸ। ਬਿਠੁਰ ਦੇ ਵਿੱਚ ਉਸਨੇ ਘੋੜਸਵਾਰੀ ਅਤੇ ਸਵੈ ਰੱਖਿਆ ਵਾਲੀ ਕਲਾ ਸਿੱਖੀ। ਵੈਨ ਸ਼ੀ ਵਾਸ 8, ਜਦੋਂ ਉਹ 8 ਸਾਲਾਂ ਦੀ ਸੀ, ਸ਼ੀ ਵਾਸ ਮੈਰਿਡ ਟੂ ਰਾਜਾ ਗੰਗਾਧਰ ਰਾਓ ਆਫ ਝਾਂਸੀ। ਉਹ ਝਾਂਸੀ ਦੇ ਰਾਜੇ ਗੰਗਾਧਰ ਰਾਓ ਨਾਲ ਵਿਆਹੀ ਗਈ। ਐਂਡ ਸ਼ੀ ਵਾਸ ਕਾਲਡ ਦ ਰਾਣੀ ਆਫ ਝਾਂਸੀ। ਉਸ ਵੇਲੇ ਉਸਨੂੰ ਝਾਂਸੀ ਦੀ ਰਾਣੀ ਕਿਹਾ ਗਿਆ। ਇਨ 1851 she gave birth to
to a son. 1851 ਵਿੱਚ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ, but by 1853 both her son and husband had died. ਪਰ 1853 ਈਸਵੀ ਵਿੱਚ ਉਸ ਦਾ ਬੱਚਾ ਅਤੇ ਉਸ ਦਾ ਹਸਬੈਂਡ ਦੋਨੋਂ ਮਰ ਗਏ. The Rani of Jhansi adopted a son under the policy of lapse. ਝਾਂਸੀ ਦੀ ਰਾਣੀ ਨੇ ਇੱਕ ਪੁੱਤਰ ਨੂੰ ਗੋਦ ਲਿਆ ਲੈਪਸ ਦੀ ਪਾਲਿਸੀ ਦੇ ਅਧੀਨ। ਹੁਣ ਲੈਪਸ ਦੀ ਪਾਲਿਸੀ ਕੀ ਸੀ? ਲੈਪਸ ਹੁੰਦਾ ਕਿਸੇ ਵੀ ਸਾਮਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲੈਣਾ। ਅੰਗਰੇਜ਼ਾਂ ਨੇ ਇੱਕ ਨੀਤੀ ਚਲਾਈ ਸੀ ਕਿ ਜਿਸ ਰਾਜੇ ਦਾ ਅੱਗੇ ਕੋਈ ਵਾਰਿਸ ਨਹੀਂ ਹੋਏਗਾ, ਕੋਈ ਲੜਕਾ ਨਹੀਂ ਹੋਏਗਾ, ਤਾਂ ਅਜਿਹੀ ਸਥਿਤੀ ਵਿੱਚ ਉਸ ਰਾਜ ਨੂੰ ਬ੍ਰਿਟਿਸ਼ ਸਰਕਾਰ ਆਪਣੇ ਵਿੱਚ ਮਿਲਾ ਲੇਗੀ। ਤੇ ਰਾਣੀ ਝਾਂਸੀ ਦਾ ਬੱਚਾ ਕਿਉਂਕਿ ਮਰ ਚੁੱਕਾ ਸੀ ਤੇ ਉਹਨੂੰ ਡਰ ਸੀ ਕਿ ਕਿਤੇ ਅੰਗਰੇਜ਼ ਸਰਕਾਰ ਉਸ ਦੇ ਇਸ ਰਾਜ ਨੂੰ ਆਪਣੇ ਰਾਜ ਵਿੱਚ ਨਾ ਮਿਲਾ ਲੇ, ਇਸ ਲਈ ਉਸਨੇ ਇੱਕ ਬੱਚੇ ਨੂੰ ਗੋਦ ਲਿਆ। ਬਟ the British government did not recognize the adopted son and annexed Jhansi in 1853। ਪਰ ਅੰਗਰੇਜ਼ਾਂ ਨੇ ਰਾਣੀ ਦੇ ਇਸ ਗੋਦ ਲਏ ਹੋਏ ਬੱਚੇ ਨੂੰ ਮਾਨਤਾ ਨਹੀਂ ਦਿੱਤੀ ਅਤੇ 1853 ਈਸਵੀ ਵਿੱਚ ਝਾਂਸੀ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ, ਐਨੈਕਸ ਕਰ ਲਿਆ। On 4th June 1857, 4 ਜੂਨ 1857 ਨੂੰ the Sepoy regiment stationed at Jhansi rebelled। 4 ਜੂਨ 1857 ਈਸਵੀ ਨੂੰ ਝਾਂਸੀ ਵਿੱਚ ਮੌਜੂਦ ਇੱਕ ਫੌਜੀ ਦਸਤੇ ਨੇ ਵਿਦਰੋਹ ਕਰ ਦਿੱਤਾ, ਰਿਬੈਲ ਕਰ ਦਿੱਤਾ। The British control broke down in Jhansi। ਅੰਗਰੇਜ਼ਾਂ ਦਾ ਜਿਹੜਾ ਝਾਂਸੀ ਦੇ ਵਿੱਚ ਕੰਟਰੋਲ ਸੀ, ਅਧਿਕਾਰ ਸੀ, ਉਹ ਬ੍ਰੋਕ ਡਾਊਨ ਹੋ ਗਿਆ, ਟੁੱਟ ਗਿਆ। And the British representative himself asked the people to obey the Rani। ਇਸ ਤਰ੍ਹਾਂ ਅੰਗਰੇਜ਼ਾਂ ਦੇ ਪ੍ਰਤੀਨਿਧੀ ਨੇ ਖੁਦ ਲੋਕਾਂ ਨੂੰ ਕਿਹਾ ਕਿ ਉਹ ਰਾਣੀ ਦੀ ਆਗਿਆ ਦਾ ਪਾਲਣ ਕਰਨ। The British forces under the leadership of Sir Hugh Rose later besieged Jhansi। besieged ਹੁੰਦਾ ਕਬਜ਼ਾ ਕਰ ਲੈਣਾ, ਅਧਿਕਾਰ ਕਰ ਲੈਣਾ। ਅੰਗਰੇਜ਼ੀ ਫੌਜਾਂ ਨੇ ਸਰ ਹਿਊਗ ਰੋਜ਼ ਦੀ ਅਗਵਾਈ ਵਿੱਚ ਬਾਅਦ ਵਿੱਚ ਝਾਂਸੀ ਤੇ ਕਬਜ਼ਾ ਕਰ ਲਿਆ। The Rani continued to command her forces from inside the fort, but ultimately she was forced to leave Jhansi। ਰਾਣੀ ਨੇ ਕਿਲੇ ਦੇ ਅੰਦਰੋਂ ਆਪਣੀ ਫੌਜਾਂ ਦੀ ਰਹਿਨੁਮਾਈ, ਅਗਵਾਈ ਕਰਨੀ ਜਾਰੀ ਰੱਖੀ, ਪਰ ਅੰਤ ਵਿੱਚ ਉਸ ਨੂੰ ਝਾਂਸੀ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। She then managed to reach Kalpi। ਫਿਰ ਉਸਨੇ ਕਿਸੇ ਤਰ੍ਹਾਂ ਕਲਪੀ ਤੱਕ ਪਹੁੰਚ ਕੀਤੀ, where she merged ਹੁੰਦਾ ਮਿਲਾ ਲੈਣਾ, where she merged her forces with those of the Nawab of Banda, ਤਾਂਤੀਆ ਟੋਪੇ, ਜਿੱਥੇ ਉਸਨੇ ਬੈਂਦਾ ਦੇ ਨਵਾਬ ਤਾਂਤੀਆ ਟੋਪੇ ਦੇ ਨਾਲ ਆਪਣੀਆਂ ਫੌਜਾਂ ਮਿਲਾ ਲਈਆਂ। The British forces pursued her at Kalpi also। ਅੰਗਰੇਜ਼ੀ ਫੌਜਾਂ ਨੇ ਉਸ ਦਾ ਕਲਪੀ ਤੱਕ ਵੀ ਪਿੱਛਾ ਕੀਤਾ and inflicted defeat on Kalpi। inflicted ਹੁੰਦਾ ਸਜ਼ਾ ਦੇਣੀ, ਦੰਡ ਦੇਣਾ, ਤੇ ਉਸ ਨੂੰ ਕਲਪੀ ਵਿਖੇ ਹਰਾ ਕੇ ਦੰਡ ਦਿੱਤਾ। The Rani was surrounded from all sides। ਰਾਣੀ ਨੂੰ ਸਾਰੇ ਪਾਸੋਂ ਘੇਰਾ ਪੈ ਗਿਆ and so ਅਤੇ ਇਸ ਕਰਕੇ she now tried to organize a retreat। ਕਿਉਂਕਿ ਹੁਣ ਉਹਨਾਂ ਨੂੰ ਚਾਰੇ ਪਾਸੋਂ ਘੇਰਾ ਪੈ ਚੁੱਕਾ ਸੀ, ਇਸ ਕਰਕੇ ਉਹ ਉਸ ਜਗ੍ਹਾ ਤੋਂ ਪਿੱਛੇ ਹਟਣਾ ਚਾਹੁੰਦੀ ਸੀ। retreat ਹੁੰਦਾ ਪਿੱਛੇ ਹਟਣਾ। while doing so ਅਜਿਹਾ ਕਰਦੇ ਵਕਤ she was fatally wounded on 18th June 1858। ਤਾਂ ਅਜਿਹਾ ਕਰਦੇ ਵਕਤ ਉਹ 18 ਜੂਨ 1858 ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਈ ਸੀ। she breathed her last on the battlefield। ਤੇ ਉਸ ਨੇ ਜੰਗ ਦੇ ਮੈਦਾਨ ਵਿੱਚ ਹੀ ਆਪਣਾ ਆਖਰੀ ਸਾਹ ਲਿਆ। ਥਰਡ, ਊਧਮ ਸਿੰਘ 1899 to 1940। ਊਧਮ ਸਿੰਘ ਜਿਨ੍ਹਾਂ ਦਾ ਜਨਮ 1899 ਵਿੱਚ ਹੋਇਆ ਤੇ ਜਿਨ੍ਹਾਂ ਦੀ ਸ਼ਹੀਦੀ 1940 ਈਸਵੀ ਵਿੱਚ ਹੋਈ। ਸੋ ਭਾਵ ਉਹ 41 ਸਾਲ ਦੀ ਉਮਰ ਵਿੱਚ ਉਹਨਾਂ ਦੀ ਡੈਥ ਹੋਈ। ਲੈਟਸ ਸਟਾਰਟ। ਊਧਮ ਸਿੰਘ's name is linked inseparably। inseparably ਹੁੰਦਾ ਅਟੁੱਟਵਾਂ, ਕਿ ਜਿਨ੍ਹਾਂ ਨੂੰ ਤੋੜਿਆ ਨਾ ਜਾ ਸਕੇ, ਕਿ ਊਧਮ ਸਿੰਘ ਜੀ ਦਾ ਨਾਮ ਜੁੜਿਆ ਹੋਇਆ ਹੈ ਅਟੁੱਟਵੇਂ ਢੰਗ ਦੇ ਨਾਲ। ਕਿਹਦੇ ਨਾਲ ਜੁੜਿਆ ਹੋਇਆ? ਵਿਦ ਜਲਿਆਂਵਾਲਾ ਬਾਗ। ਕਿ ਜਲਿਆਂਵਾਲਾ ਬਾਗ ਦਾ ਜਿਹੜਾ ਮੈਸੇਕਰ ਹੋਇਆ ਸੀ, ਨਰ ਸੰਹਾਰ ਹੋਇਆ ਸੀ, ਉਸ ਦਾ ਬਦਲਾ ਜੋ ਊਧਮ ਸਿੰਘ ਜੀ ਨੇ ਲਿਆ ਸੀ, ਉਸ ਇਨਸੀਡੈਂਟ ਦੇ ਨਾਲ ਊਧਮ ਸਿੰਘ ਜੀ ਦਾ ਨਾਮ ਇਨਸੈਪਰੇਬਲੀ ਜੁੜਿਆ ਹੋਇਆ, ਅਟੁੱਟਵਾਂ ਜੁੜਿਆ ਹੋਇਆ ਕਿ ਕੋਈ ਤੋੜ ਨਹੀਂ ਸਕਦਾ। He was the man who took his revenge on General O'Dwyer, the British officer who had ordered firing on a peaceful gathering at Amritsar on the Baisakhi day in the year 1919। ਊਧਮ ਸਿੰਘ ਜੀ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਜਨਰਲ ਅਡਵਾਇਰ, ਜੋ ਕਿ ਇੱਕ ਬ੍ਰਿਟਿਸ਼ ਆਫੀਸਰ ਸੀ ਤੇ ਜਿਸ ਨੇ ਅੰਮ੍ਰਿਤਸਰ ਵਿਖੇ ਸਾਲ 1919 ਦੀ ਵਿਸਾਖੀ ਵਾਲੇ ਦਿਨ ਇੱਕ ਸ਼ਾਂਤਮਈ ਧਰਨੇ ਤੇ ਬੈਠੀ ਲੋਕਾਂ ਦੀ ਭੀੜ ਉੱਤੇ ਫਾਇਰਿੰਗ ਦਾ ਆਰਡਰ ਦੇ ਕੇ ਕਿੰਨੇ ਹੀ ਲੋਕਾਂ ਨੂੰ ਉਸਨੇ ਮਾਰ ਦਿੱਤਾ ਸੀ, ਉਹਦੇ ਤੋਂ ਉਹਨਾਂ ਨੇ ਬਦਲਾ ਲਿਆ ਸੀ।
ਰਿਵੈਂਜ ਹੁੰਦਾ ਬਦਲਾ ਲੈਣਾ। Thousands of men, women, children and old men died in the massacre. Massacre ਕੀ ਹੁੰਦਾ? ਨਰਸੰਹਾਰ। ਹਜ਼ਾਰਾਂ ਹੀ ਆਦਮੀ, ਔਰਤਾਂ, ਬੱਚੇ ਅਤੇ ਬਜ਼ੁਰਗ ਇਸ ਨਰਸੰਹਾਰ ਵਿੱਚ ਮਾਰੇ ਗਏ। Many tried to escape by jumping into a nearby well. ਕਾਫੀ ਜਣਿਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਨੇੜੇ ਦੇ ਖੂਹ ਵਿੱਚ ਛਾਲ ਮਾਰ ਦਿੱਤੀ, but were suffocated to death. ਪਰ ਉਹਨਾਂ ਦੀ ਸਾਹ ਕੁੱਟਣ ਕਰਕੇ ਹੀ ਮੌਤ ਹੋ ਗਈ। Suffocation ਹੁੰਦਾ ਸਾਹ ਕੁੱਟਣਾ ਤੇ suffocated ਸਾਹ ਕੁੱਟਿਆ। ਊਧਮ ਸਿੰਘ waited for 21 years to avenge this national insult. ਊਧਮ ਸਿੰਘ ਨੇ ਇਸ ਰਾਸ਼ਟਰੀ ਬੇਇੱਜ਼ਤੀ ਦਾ ਬਦਲਾ ਲੈਣ ਲਈ 21 ਸਾਲ ਤੱਕ ਇੰਤਜ਼ਾਰ ਕੀਤਾ। He killed the villain of the show in England on 13th March 1940. ਉਸਨੇ ਇਸ ਸ਼ੋਅ ਦੇ ਵਿਲਨ ਦਾ 13 ਮਾਰਚ 1940 ਵਿੱਚ ਕਤਲ ਕਰ ਦਿੱਤਾ। ਊਧਮ ਸਿੰਘ was arrested. ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ and sentenced to death on 30th July the same year. ਅਤੇ ਉਸੇ ਸਾਲ ਦੀ 30 ਜੁਲਾਈ ਨੂੰ ਊਧਮ ਸਿੰਘ ਜੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। sentenced to death ਹੁੰਦਾ ਮੌਤ ਦੀ ਸਜ਼ਾ ਸੁਣਾਣੀ। This fiery revolutionary was born on 18th December 1899 at Sunam in Sangrur district of the Punjab. fiery ਹੁੰਦਾ ਗਰਮ, ਕਿ ਇਸ ਗਰਮ ਧੜੇ ਵਾਲੇ ਕ੍ਰਾਂਤੀਕਾਰੀ ਦਾ ਜਨਮ 18 ਦਸੰਬਰ 1899 ਵਿੱਚ ਪੰਜਾਬ ਦੇ ਸੰਗਰੂਰ ਡਿਸਟ੍ਰਿਕਟ ਦੇ ਸੁਨਾਮ ਸ਼ਹਿਰ ਵਿੱਚ ਹੋਇਆ। He was already associated with the struggle for freedom. ਉਹ ਪਹਿਲਾਂ ਤੋਂ ਹੀ ਆਜ਼ਾਦੀ ਦੇ ਸੰਗਰਾਮ ਦੇ ਨਾਲ ਜੁੜਿਆ ਹੋਇਆ ਸੀ। Before sailing for England, ਸਮੁੰਦਰੀ ਜਹਾਜ਼ ਦੇ ਰਾਹੀਂ ਇੰਗਲੈਂਡ ਪਹੁੰਚਣ ਤੋਂ ਪਹਿਲਾਂ he had been sentenced to jail as many as 5 times. ਉਸ ਨੂੰ 5 ਵਾਰ ਜੇਲ੍ਹ ਹੋਈ ਸੀ during the freedom struggle. ਆਜ਼ਾਦੀ ਦੀ ਲੜਾਈ ਕਰਦਿਆਂ for various anti-government activities. ਕਈ ਸਰਕਾਰ ਵਿਰੁੱਧ ਗਤੀਵਿਧੀਆਂ ਦੇ ਕਾਰਨ ਇੰਗਲੈਂਡ ਜਾਣ ਤੋਂ ਪਹਿਲਾਂ ਕਿ ਉਸ ਨੂੰ 5 ਵਾਰ ਦੇ ਲਗਭਗ ਸਰਕਾਰ ਵਿਰੁੱਧ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਕਾਰਨ ਜੇਲ੍ਹ ਹੋਈ ਸੀ। For ਊਧਮ ਸਿੰਘ, the ਜਲਿਆਂਵਾਲਾ ਬਾਗ massacre was a national outrage. outrage ਹੁੰਦਾ ਗੁੱਸਾ। ਊਧਮ ਸਿੰਘ ਲਈ ਜਲਿਆਂਵਾਲਾ ਬਾਗ ਦਾ ਨਰਸੰਹਾਰ ਇੱਕ ਰਾਸ਼ਟਰੀ ਗੁੱਸਾ ਸੀ ਕਿ ਉਹ ਸਮਝਦਾ ਸੀ ਕਿ ਇਹ ਸਾਰੇ ਰਾਸ਼ਟਰ ਦਾ ਰੋਸ ਹੈ and ought to have been avenged. ਅਤੇ ਇਸ ਦਾ ਬਦਲਾ ਜ਼ਰੂਰ ਲਿਆ ਜਾਣਾ ਚਾਹੀਦਾ ਹੈ। So he pledged. ਇਸ ਲਈ ਉਸਨੇ ਕਸਮ ਖਾਧੀ to take his revenge, ਕਿ ਉਹ ਆਪਣਾ ਬਦਲਾ ਜ਼ਰੂਰ ਲਵੇਗਾ। In 1937 he reached England after traveling through Europe. 1937 ਵਿੱਚ ਯੂਰਪ ਵਿੱਚੋਂ ਦੀ ਹੁੰਦੇ ਹੋਏ ਉਹ ਇੰਗਲੈਂਡ ਪਹੁੰਚਿਆ। In London he shot General O'Dwyer at a point blank range in full view of a large gathering. point blank range ਹੁੰਦੀ ਹੈ ਕਿ ਕਿਸੇ ਨੂੰ ਬਹੁਤ ਨੇੜਿਓਂ ਦੀ ਮਾਰਨਾ। ਆਮ ਕਰਕੇ ਪੁਲਿਸ ਵਾਲੇ ਜਾਂ ਫੌਜੀ ਕਿਸੇ ਆਤੰਕਵਾਦੀ ਨੂੰ ਜਾਂ ਕਿਸੇ ਵੀ ਟੈਰਰਿਸਟ ਨੂੰ ਮਾਰਨ ਲਈ ਇਸ ਵਿਧੀ ਦਾ ਉਪਯੋਗ ਕਰਦੇ ਹਨ, point blank range। ਭਾਵ ਕਿਸੇ ਨੂੰ ਬਹੁਤ ਉਹਦੇ ਸਰੀਰ ਦੇ ਕੋਲੋਂ ਦੀ ਮਾਰਨਾ, ਉਸਦੇ ਸਰੀਰ ਦੇ ਕਿਸੇ ਖਾਸ ਹਿੱਸੇ ਨੂੰ ਟਾਰਗੇਟ ਕਰਕੇ। ਸੋ ਊਧਮ ਸਿੰਘ ਜੀ ਨੇ ਵੀ ਜਨਰਲ ਓਡਵਾਇਰ ਨੂੰ ਬਹੁਤ ਨੇੜਿਓਂ ਦੀ ਟਾਰਗੇਟ ਕਰਕੇ ਤੇ ਬਹੁਤ ਵੱਡੀ ਗੈਦਰਿੰਗ ਦੇ ਵਿੱਚ ਉਸ ਨੂੰ ਸ਼ੂਟ ਕਰ ਦਿੱਤਾ, ਗੋਲੀ ਮਾਰ ਦਿੱਤੀ। ਊਧਮ ਸਿੰਘ ਵਾਸ ਆਲ ਫॉर द यूनिटी एंड solidarity of the country. ਊਧਮ ਸਿੰਘ ਪੂਰੀ ਤਰ੍ਹਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਵੱਲ ਸਮਰਪਿਤ ਸੀ। His life bears a lesson for all those who are propagating divisive ideas in the name of religion. ਉਹਨਾਂ ਦੀ ਲਾਈਫ ਉਹਨਾਂ ਲੋਕਾਂ ਲਈ ਇੱਕ ਸੰਦੇਸ਼ ਦਿੰਦੀ ਹੈ ਜੋ ਕਿ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡਣ ਦੀਆਂ ਕੋਝੀਆਂ ਚਾਲਾਂ ਚੱਲਦੇ ਰਹਿੰਦੇ ਹਨ। ਸੋ ਇਸੀ ਲੈਸਨ 3 ਗ੍ਰੇਟ ਇੰਡੀਅਨਸ, ਉਮੀਦ ਹੈ ਤੁਹਾਨੂੰ ਇਹਨਾਂ 3 ਗ੍ਰੇਟ ਇੰਡੀਅਨਸ ਦੀ ਲਾਈਫ ਤੋਂ ਜ਼ਰੂਰ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਿਹਦੇ 'ਚ ਅਸੀਂ ਇਸ ਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।